हेलो स्टूडेंट्स C++ ਦਾ ਅੱਜ ਆਪਣਾ ਨੈਕਸਟ ਲੈਕਚਰ ਹੈ ਜਿਹਦੇ ਵਿੱਚ ਆਪਾਂ ਦੇਖਾਂਗੇ ਕਿ ਆਪਾਂ ਫੰਕਸ਼ਨ ਦੇ ਵਿੱਚ ਆਰਗੂਮੈਂਟਸ ਕਿਵੇਂ ਪਾਸ ਕਰ ਸਕਦੇ ਹਾਂ। C++ 'ਚ ਆਪਣੇ ਕੋਲ ਤਿੰਨ ਮੈਥਡ ਨੇ ਕਿ ਆਪਾਂ ਆਰਗੂਮੈਂਟ ਨੂੰ ਤਿੰਨ ਮੈਥਡ ਦੇ ਥਰੂ ਪਾਸ ਕਰ ਸਕਦੇ ਹਾਂ। ਦੈਟ ਇਜ਼ ਕਾਲ ਬਾਈ ਵੈਲਿਊ ਕਿ ਆਪਾਂ ਉਹਨੂੰ ਵੈਲਿਊ ਦੇ ਅਕੋਰਡਿੰਗ ਪਾਸ ਕਰ ਸਕਦੇ ਹਾਂ, ਐਂਡ ਕਾਲ ਬਾਈ ਐਡਰੈਸ ਐਂਡ ਕਾਲ ਬਾਈ ਰੈਫਰੈਂਸ। ਸੋ ਇਹਦੇ 'ਚੋਂ ਕਾਲ ਬਾਈ ਵੈਲਿਊ ਤੇ ਕਾਲ ਬਾਈ ਐਡਰੈਸ ਤੁਸੀਂ C ਲੈਂਗੁਏਜ 'ਚ ਵੀ ਦੇਖਿਆ ਹੋਏਗਾ ਤੇ ਇਨ ਐਡੀਸ਼ਨ ਟੂ ਆਪਣੇ ਕੋਲ ਰੈਫਰੈਂਸ ਵੇਰੀਏਬਲ ਵੀ ਐਡ ਹੋਇਆ C++ 'ਚ। ਸੋ ਇੱਕ ਆਪਣੇ ਕੋਲ ਮੈਥਡ ਹੋਰ ਹੈ ਕਾਲ ਬਾਈ ਰੈਫਰੈਂਸ। ਸੋ ਅੱਜ ਆਪਾਂ ਇਹ ਤਿੰਨੋਂ ਮੈਥਡ ਦੇਖਾਂਗੇ ਵਨ ਬਾਈ ਵਨ। ਸਭ ਤੋਂ ਪਹਿਲਾਂ ਦੇਖਦੇ ਹਾਂ ਕਾਲ ਬਾਈ ਵੈਲਿਊ ਕਿਵੇਂ। ਸੋ ਕਾਲ ਬਾਈ ਵੈਲਿਊ ਡਿਫਾਲਟ ਮੈਥਡ ਹੈ ਕਿ ਜਿਵੇਂ ਆਪਾਂ ਨਾਰਮਲ ਵੈਲਿਊ ਇਹਦੇ ਵਿੱਚ ਪਾਸ ਕਰਾਂਗੇ। ਸੋ ਦੇਖੋ ਆਪਣੇ ਕੋਲ ਇੱਕ ਪ੍ਰੋਗਰਾਮ ਹੈ ਇੱਥੇ, ਉਹਦੇ ਵਿੱਚ ਕੀ ਹੋ ਰਿਹਾ ਹੈ, ਮੇਨ ਫੰਕਸ਼ਨ ਹੈ। ਮੇਨ ਫੰਕਸ਼ਨ ਦੇ ਵਿੱਚ ਆਪਾਂ ਕੀ ਕੀਤਾ ਹੈ, ਦੋ ਵੇਰੀਏਬਲ ਲਏ ਨੇ ਇੰਟ a ਐਂਡ b। ਸੋ ਆਪਾਂ ਇਹ ਪ੍ਰੋਗਰਾਮ ਦੇ ਵਿੱਚ ਕੀ ਕਰਨਾ ਹੈ ਕਿ ਇਹਨਾਂ ਦੋਨਾਂ ਵੈਲਿਊਜ਼ ਨੂੰ a ਤੇ b ਦੀ ਜੋ ਵੀ ਵੈਲਿਊਜ਼ ਹੋਣਗੀਆਂ ਉਹਨੂੰ ਸਵੈਪ ਕਰਾਵਾਂਗੇ। ਸਵੈਪ ਦਾ ਮਤਲਬ ਹੁੰਦਾ ਦੋਨੋਂ ਵੈਲਿਊਜ਼ ਨੂੰ ਇੰਟਰਚੇਂਜ ਕਰਵਾਵਾਂਗੇ, ਬਟ ਉਹ ਕਰਵਾਵਾਂਗੇ ਯੂਜ਼ਿੰਗ ਫੰਕਸ਼ਨ। ਸੋ ਦੇਖੋ ਆਪਾਂ ਇੱਕ ਫੰਕਸ਼ਨ ਡਿਕਲੇਅਰ ਕੀਤਾ ਹੈ। ਇਹ ਸਟੇਟਮੈਂਟ ਦੇ ਵਿੱਚ ਕੀ ਹੋ ਰਿਹਾ, ਫੰਕਸ਼ਨ ਡਿਕਲੇਅਰ ਹੋ ਰਿਹਾ। ਸੋ ਫੰਕਸ਼ਨ ਨੂੰ ਡਿਕਲੇਅਰ ਕੀਤਾ, ਫੰਕਸ਼ਨ ਦਾ ਨਾਮ ਹੈ ਸਵੈਪ ਤੇ ਉਹਦੇ 'ਚ ਆਪਾਂ ਦੋ ਵੈਲਿਊਜ਼ ਪਾਸ ਕਰਾਂਗੇ ਇੰਟ x ਐਂਡ ਇੰਟ y। ਸੋ ਇਹਨਾਂ ਦੇ ਵਿੱਚੋਂ ਵੈਲਿਊਜ਼ ਆ ਜਾਣਗੀਆਂ x ਐਂਡ y ਦੇ ਵਿੱਚ। ਉਸ ਤੋਂ ਬਾਅਦ ਕਰ ਰਹੇ ਹਾਂ ਆਪਾਂ ਕਲੀਅਰ ਸਕਰੀਨ, ਇਹਦੇ ਨਾਲ ਸਕਰੀਨ ਕਲੀਅਰ ਹੋ ਜਾਏਗੀ। ਦੈਨ ਉਸ ਤੋਂ ਬਾਅਦ ਦੋ ਵੈਲਿਊਜ਼ ਅਸਾਈਨ ਕੀਤੀਆਂ ਆਪਾਂ, a ਨੂੰ ਵੈਲਿਊ 10 ਅਸਾਈਨ ਕੀਤੀ ਤੇ b ਨੂੰ ਵੈਲਿਊ 20 ਅਸਾਈਨ ਕੀਤੀ। ਸੋ ਇੱਥੇ ਕੀ ਹੋ ਰਿਹਾ, ਹੁਣ ਜਿਹੜਾ a ਦੀ ਵੈਲਿਊ ਹੈ ਉਹ ਕਿੰਨੀ ਹੋ ਗਈ 10 ਤੇ b ਦੀ ਵੈਲਿਊ ਕਿੰਨੀ ਹੈ 20। ਉਸ ਤੋਂ ਬਾਅਦ ਆਪਾਂ ਸਟੇਟਮੈਂਟ ਯੂਜ਼ ਕਰ ਰਹੇ ਹਾਂ cout ਬਿਫੋਰ ਕਾਲਿੰਗ ਸਵੈਪ ਫੰਕਸ਼ਨ। a is equal to a ਦੀ ਵੈਲਿਊ ਪ੍ਰਿੰਟ ਕਰਵਾ ਰਹੇ ਹਾਂ ਤੇ b is equal to b ਦੀ ਵੈਲਿਊ। ਸੋ ਇਹਦੇ ਵਿੱਚ ਆਉਟਪੁੱਟ ਸਕਰੀਨ ਦੇ ਉੱਤੇ ਆਪਣੇ ਕੋਲ ਕੀ ਪ੍ਰਿੰਟ ਹੋਏਗਾ, ਬਿਫੋਰ ਕਾਲਿੰਗ ਸਵੈਪ ਫੰਕਸ਼ਨ a is equal to, ਹੁਣ a ਦੀ ਵੈਲਿਊ ਦੇਖੋ ਕਿੰਨੀ ਹੈ 10। ਸੋ 10 ਪ੍ਰਿੰਟ ਹੋ ਗਿਆ ਐਂਡ b is equal to b ਦੀ ਵੈਲਿਊ, b ਦੀ ਵੈਲਿਊ ਕਿੰਨੀ ਹੈ 20। ਸੋ a ਦੀ ਵੈਲਿਊ 10 ਪ੍ਰਿੰਟ ਹੋ ਰਹੀ ਹੈ ਤੇ b ਦੀ ਵੈਲਿਊ 20 ਪ੍ਰਿੰਟ ਹੋ ਰਹੀ ਹੈ। ਹੁਣ ਆਪਾਂ ਨੇ ਕੀ ਕਰਵਾਉਣਾ ਹੈ, ਦੋਨੋਂ ਵੈਲਿਊਜ਼ ਨੂੰ ਇੰਟਰਚੇਂਜ ਕਰਵਾਉਣਾ ਹੈ, ਸਵੈਪ ਕਰਾਵਾਂਗੇ ਯੂਜ਼ਿੰਗ ਫੰਕਸ਼ਨ। ਹੁਣ ਦੇਖੋ ਇਸ ਸਟੇਟਮੈਂਟ 'ਚ ਕੀ ਕਰ ਰਹੇ ਹਾਂ ਆਪਾਂ, ਸਵੈਪ ਫੰਕਸ਼ਨ ਨੂੰ ਕਾਲ ਕੀਤਾ ਤੇ ਉੱਥੇ a ਤੇ b ਨੂੰ ਪਾਸ ਕਰਤਾ। ਹੁਣ ਇੱਥੇ ਕਾਲ ਬਾਈ ਵੈਲਿਊ ਹੈ ਇਹ। ਸੋ ਇੱਥੇ ਕੀ ਹੋ ਰਿਹਾ ਹੈ, a ਤੇ b ਦੀਆਂ ਵੈਲਿਊਜ਼ ਪਾਸ ਹੋ ਰਹੀਆਂ ਨੇ, ਯਾਨੀ ਕਿ ਸਵੈਪ ਫੰਕਸ਼ਨ ਦੇ ਵਿੱਚ ਇੱਥੇ ਕੀ ਆਏਗਾ 10 ਐਂਡ 20। ਸੋ ਇੱਥੇ ਵੈਲਿਊਜ਼ ਕਿਹੜੀਆਂ ਆ ਰਹੀਆਂ ਨੇ ਪਾਸ ਹੋ ਕੇ 10 ਐਂਡ 20। ਸੋ x ਦੇ ਵਿੱਚ ਕਿੰਨੀ ਵੈਲਿਊ ਆ ਗਈ 10 ਤੇ y ਦੇ ਵਿੱਚ ਕਿੰਨੀ ਵੈਲਿਊ ਆ ਗਈ 20। ਹੁਣ ਇੱਥੇ ਇਹ ਚੀਜ਼ ਵੀ ਧਿਆਨ ਰੱਖਣੀ ਹੈ, ਜਿਹੜਾ a ਤੇ b ਹੈ ਇਹਦਾ ਸਕੋਪ ਮੇਨ ਫੰਕਸ਼ਨ ਦੇ ਵਿੱਚ ਹੈ, ਜਿਹੜਾ x ਤੇ y ਹੈ ਇਹਦਾ ਸਕੋਪ ਸਵੈਪ ਫੰਕਸ਼ਨ ਦੇ ਵਿੱਚ ਹੈ। ਸੋ ਇੱਥੇ ਇੱਕ ਆਪਾਂ ਨੇ ਹੋਰ ਵੇਰੀਏਬਲ ਲਿਆ ਇੰਟ ਟੈਂਪ। ਟੈਂਪ ਨਾਮ ਦਾ ਇੱਕ ਹੋਰ ਵੇਰੀਏਬਲ ਕ੍ਰੀਏਟ ਕੀਤਾ ਹੈ। ਦੈਨ ਸਵੈਪ ਲਈ ਆਪਾਂ ਇਹ ਤਿੰਨ ਸਟੇਟਮੈਂਟਸ ਯੂਜ਼ ਕਰ ਰਹੇ ਹਾਂ। ਸਵੈਪ ਕਰਵਾਉਣ ਲਈ temp is equal to x, ਯਾਨੀ ਕਿ x ਦੀ ਜਿੰਨੀ ਵੈਲਿਊ ਹੈ ਉਹ ਕਿਸ 'ਚ ਚਲੀ ਜਾਵੇ temp ਦੇ ਵਿੱਚ। x ਦੀ ਵੈਲਿਊ ਕਿੰਨੀ ਹੈ 10, ਸੋ ਕਿਹਦੇ ਵਿੱਚ ਆ ਗਈ temp ਦੇ ਵਿੱਚ। ਦੈਨ ਉਸ ਤੋਂ ਬਾਅਦ ਹੈ x is equal to y, ਯਾਨੀ ਕਿ y ਦੀ ਜੋ ਵੀ ਵੈਲਿਊ ਹੈ ਉਹ ਕਿਸ 'ਚ ਚਲੀ ਜਾਏ x ਦੇ ਵਿੱਚ। ਸੋ y ਦੀ ਵੈਲਿਊ 20 ਹੈ, x ਦੇ ਵਿੱਚ ਕਿੰਨਾ ਆ ਗਿਆ 20। ਦੈਨ y is equal to temp, temp ਦੇ ਵਿੱਚ ਕਿੰਨੀ ਵੈਲਿਊ ਹੈ 10 ਤੇ ਉਹ ਕਿਹਦੇ ਵਿੱਚ ਆ ਜਾਏ y ਦੇ ਵਿੱਚ। ਸੋ y ਦੀ ਵੈਲਿਊ ਹੁਣ ਕਿੰਨੀ ਹੋ ਗਈ 10। ਦੈਨ ਆਪਾਂ ਪ੍ਰਿੰਟ ਕਰਵਾ ਰਹੇ ਹਾਂ cout ਇਨਸਾਈਡ ਸਵੈਪ ਫੰਕਸ਼ਨ। ਇਨਸਾਈਡ ਸਵੈਪ ਫੰਕਸ਼ਨ x is equal to x, ਯਾਨੀ ਕਿ x ਦੀ ਵੈਲਿਊ ਕਿੰਨੀ ਪ੍ਰਿੰਟ ਹੋਏਗੀ 20 ਤੇ y is equal to 10। ਦੈਨ ਉਸ ਤੋਂ ਬਾਅਦ ਫੰਕਸ਼ਨ ਆਪਣਾ ਖਤਮ ਹੋ ਰਿਹਾ ਹੈ। ਉਸ ਤੋਂ ਬਾਅਦ ਆਪਾਂ ਆ ਰਹੇ ਹਾਂ ਵਾਪਿਸ ਇੱਥੇ ਨੈਕਸਟ ਸਟੇਟਮੈਂਟ 'ਚ ਆਪਾਂ ਪ੍ਰਿੰਟ ਕਰਵਾ ਰਹੇ ਹਾਂ cout ਆਫਟਰ ਕਾਲਿੰਗ ਸਵੈਪ ਫੰਕਸ਼ਨ। ਦੈਨ a is equal to a ਦੀ ਵੈਲਿਊ ਪ੍ਰਿੰਟ ਕਰਾਈ ਤੇ b is equal to b ਦੀ ਵੈਲਿਊ। a is equal to a ਦੀ ਵੈਲਿਊ, ਹੁਣ ਦੇਖੋ a ਦੀ ਵੈਲਿਊ ਕਿੰਨੀ ਹੈ, ਆਪਾਂ ਹੁਣ ਇੱਥੇ ਨਹੀਂ ਜਾਵਾਂਗੇ, a ਕੀ ਹੈ a ਵਾਲਾ। ਸੋ a ਵਾਲੇ ਵੇਰੀਏਬਲ ਦੀ ਵੈਲਿਊ ਕਿੰਨੀ ਹੈ x, a is equal to 10। ਸੋ a ਦੀ ਵੈਲਿਊ 10 ਪ੍ਰਿੰਟ ਹੋ ਗਈ ਐਂਡ b ਦੀ ਵੈਲਿਊ ਕਿੰਨੀ ਪ੍ਰਿੰਟ ਹੋ ਰਹੀ ਹੈ 20। ਸੋ ਹੁਣ ਦੇਖੋ ਪਹਿਲਾਂ a ਦੀ ਵੈਲਿਊਜ਼ ਕਿੰਨੀਆਂ ਪ੍ਰਿੰਟ ਹੋ ਰਹੀਆਂ ਸੀ ਸਵੈਪ ਫੰਕਸ਼ਨ ਨੂੰ ਕਾਲ ਕਰਨ ਤੋਂ ਪਹਿਲਾਂ 10 ਐਂਡ 20, ਤੇ ਸਵੈਪ ਫੰਕਸ਼ਨ ਨੂੰ ਕਾਲ ਕਰਨ ਤੋਂ ਬਾਅਦ ਕਿੰਨੀ ਵੈਲਿਊਜ਼ ਆ ਰਹੀਆਂ ਨੇ a ਤੇ b ਦੀਆਂ 10 ਐਂਡ 20। ਸੋ ਕਾਲ ਬਾਈ ਵੈਲਿਊ ਦੇ ਵਿੱਚ ਕੀ ਹੋ ਰਿਹਾ ਹੈ ਕਿ ਆਪਾਂ a ਤੇ b ਦੀਆਂ ਵੈਲਿਊਜ਼ ਪਾਸ ਕੀਤੀਆਂ ਸੀ x ਤੇ y 'ਚ। ਸੋ ਜੋ ਵੀ ਇੱਥੇ ਚੇਂਜਸ ਹੋ ਰਹੀਆਂ ਨੇ ਉਹ ਕਿਹਦੇ ਵਿੱਚ ਚੇਂਜਸ ਹੋ ਰਹੀਆਂ ਨੇ x ਐਂਡ y 'ਚ ਹੋ ਰਹੀਆਂ ਨੇ, ਨਾ ਕਿ a ਐਂਡ b 'ਚ। ਸੋ ਇੱਥੇ ਡਿਸਐਡਵਾਂਟੇਜ ਹੋ ਰਹੀ ਹੈ ਕਿ ਆਪਣੀਆਂ ਜੋ ਵੀ
ਆਪਾਂ ਫੰਕਸ਼ਨ ਦੇ ਵਿੱਚ ਜੋ ਆਪਣਾ ਫੰਕਸ਼ਨ ਪਰਫਾਰਮ ਕਰਨਾ ਚਾਹ ਰਿਹਾ ਸੀ ਉਹ ਆਪਣਾ ਫੰਕਸ਼ਨ ਇੱਥੇ ਪਰਫਾਰਮ ਨਹੀਂ ਹੋ ਰਿਹਾ, ਯਾਨੀ ਕਿ a ਤੇ b ਦੀਆਂ ਵੈਲਿਊਜ਼ ਇੰਟਰਚੇਂਜ ਨਹੀਂ ਹੋ ਰਹੀਆਂ। ਸੋ a ਤੇ b ਦੀਆਂ ਵੈਲਿਊਜ਼ ਉਹੀ ਨੇ ਐਜ਼ ਇਟ ਇਜ਼ ਜੋ ਪਹਿਲਾਂ ਸੀ। ਸੋ ਅਗਰ ਇਹਨੂੰ ਆਪਾਂ ਅਚੀਵ ਕਰਨਾ ਹੈ, ਇਸ ਮੋਟਿਵ ਨੂੰ ਅਗਰ ਅਚੀਵ ਕਰਨਾ ਹੈ ਤਾਂ ਉਹਦੇ ਲਈ ਆਪਾਂ ਨੂੰ ਕੋਈ ਹੋਰ ਮੈਥਡ ਯੂਜ਼ ਕਰਨਾ ਪਏਗਾ, ਕਾਲ ਬਾਈ ਐਡਰੈਸ ਜਾਂ ਫਿਰ ਕਾਲ ਬਾਈ ਰੈਫਰੈਂਸ। ਬਟ ਕਾਲ ਬਾਈ ਵੈਲਿਊ ਦੇ ਵਿੱਚ ਇਹ ਵੈਲਿਊਜ਼ ਚੇਂਜ ਨਹੀਂ ਹੋ ਰਹੀਆਂ, ਕਿਉਂਕਿ ਕਾਲ ਬਾਈ ਵੈਲਿਊ ਦੇ ਵਿੱਚ ਕੀ ਹੈ, a ਤੇ b ਦੀਆਂ ਵੈਲਿਊਜ਼ ਯਾਨੀ ਕਿ 10 ਐਂਡ 20 ਪਾਸ ਹੋ ਰਹੀਆਂ ਨੇ x ਤੇ y 'ਚ, ਐਂਡ ਉਸ ਤੋਂ ਬਾਅਦ ਆਪਾਂ ਜੋ ਵੀ ਚੇਂਜਸ ਕਰ ਰਹੇ ਹਾਂ ਉਹ x ਤੇ y 'ਚ ਕਰ ਰਹੇ ਹਾਂ। ਦੇਖੋ x ਤੇ y ਦੀਆਂ ਵੈਲਿਊਜ਼ ਤਾਂ ਇੰਟਰਚੇਂਜ ਹੋ ਚੁੱਕੀਆਂ, ਇਹ x ਦੀ ਵੈਲਿਊ ਪਹਿਲਾਂ 10 ਸੀ ਹੁਣ 20 ਹੋ ਗਈ, ਤੇ y ਦੀ ਵੈਲਿਊ ਪਹਿਲਾਂ 20 ਸੀ ਹੁਣ 10 ਹੋ ਗਈ। ਸੋ ਇੱਥੇ ਤਾਂ ਇੰਟਰਚੇਂਜਸ ਹੋ ਗਈਆਂ, ਬਟ a ਤੇ b 'ਚ ਕੋਈ ਵੀ ਇੰਟਰਚੇਂਜ ਨਹੀਂ ਹੋਇਆ। ਸੋ ਇਹਨੂੰ ਅਗਰ ਆਪਾਂ ਅਚੀਵ ਕਰਨਾ ਹੈ, a ਤੇ b ਦੀਆਂ ਵੈਲਿਊਜ਼ ਇੰਟਰਚੇਂਜ ਕਰਵਾਉਣੀਆਂ ਨੇ, ਤਾਂ ਆਪਾਂ ਕੋਈ ਹੋਰ ਮੈਥਡ ਯੂਜ਼ ਕਰਾਂਗੇ। ਸੋ ਫਸਟ ਮੈਥਡ ਹੈ ਕਾਲ ਬਾਈ ਵੈਲਿਊ। ਕਾਲ ਬਾਈ ਵੈਲਿਊ ਦੇ ਵਿੱਚ ਧਿਆਨ ਰੱਖਣਾ ਹੈ ਕਿ ਆਪਾਂ ਇੱਥੇ ਕੋਈ ਵੀ ਐਕਸਟਰਾ ਸਿੰਬਲ ਨਹੀਂ ਲਗਾ ਰਹੇ, ਐਮਪਰਸੈਂਡ ਜਾਂ ਐਸਟਰਿਕ। ਸੋ ਇੱਥੇ ਡਿਫਾਲਟ ਆਪਾਂ a ਐਂਡ b ਸਿੰਪਲ ਲਿਖ ਰਹੇ ਹਾਂ ਤੇ ਵੈਲਿਊਜ਼ ਵੀ ਰਿਸੀਵ ਕਰ ਰਹੇ ਹਾਂ x ਐਂਡ y ਦੇ ਵਿੱਚ। ਸੋ ਤੁਸੀਂ ਦੇਖੋ ਹੁਣ ਆਪਾਂ ਲਾਸਟ ਟੂ ਲਾਸਟ ਲੈਕਚਰ 'ਚ ਦੇਖਿਆ ਸੀ ਕਿ ਆਪਣੇ ਕੋਲ 3 ਤਰ੍ਹਾਂ ਦੇ ਵੇਰੀਏਬਲਸ ਹੁੰਦੇ ਆ। ਅਗਰ ਆਪਾਂ ਲਿਖਦੇ ਹਾਂ ਇੰਟ a, ਇਹ ਇੱਕ ਨਾਰਮਲ ਆਰਡੀਨਰੀ ਵੇਰੀਏਬਲ ਹੈ। ਅਗਰ ਆਪਾਂ ਲਿਖਦੇ ਹਾਂ ਸਟਾਰ p ਜਾਂ b ਕੁਝ ਵੀ ਹੈ, ਸਟਾਰ ਅਗਰ ਨਾਲ ਲਗਾ ਦਿੰਦੇ ਆ ਤਾਂ ਇਹਦਾ ਮਤਲਬ ਕੀ ਹੈ, ਇਹ ਇੱਕ ਪੁਆਇੰਟਰ ਵੇਰੀਏਬਲ ਹੈ ਜਿਹਦੇ ਵਿੱਚ ਕੋਈ ਵੀ ਐਡਰੈਸ ਸਟੋਰ ਹੋ ਸਕਦਾ ਹੈ। ਤੇ ਇੱਕ ਹੈ ਐਮਪਰਸੈਂਡ ਸਪੋਜ਼ x, ਤਾਂ ਇਹ ਕਿਹੜਾ ਵੇਰੀਏਬਲ ਹੈ, ਰੈਫਰੈਂਸ ਵੇਰੀਏਬਲ। ਸੋ ਇਹ ਚੀਜ਼ ਧਿਆਨ 'ਚ ਰੱਖਣੀ ਆ। ਅਗਰ ਤੁਸੀਂ ਇਹ ਲੈਕਚਰ ਨਹੀਂ ਦੇਖਿਆ ਤਾਂ ਪਹਿਲਾਂ ਆਈ ਸੁਜੈਸਟ ਕਿ ਪਹਿਲਾਂ ਉਹ ਲੈਕਚਰ ਦੇਖੋ, ਟਾਈਪਸ ਆਫ ਵੇਰੀਏਬਲਸ। ਸੋ ਨੈਕਸਟ ਚੱਲਦੇ ਹਾਂ, ਨੈਕਸਟ ਟਾਈਪ ਹੈ ਕਾਲ ਬਾਈ ਐਡਰੈਸ। ਸੋ ਕਾਲ ਬਾਈ ਐਡਰੈਸ ਦੇ ਵਿੱਚ ਕੀ ਹੋਏਗਾ, ਕਾਲ ਬਾਈ ਐਡਰੈਸ ਦੇ ਵਿੱਚ ਆਪਾਂ ਦੋ ਚੀਜ਼ਾਂ ਧਿਆਨ ਨਾਲ ਦੇਖੋ, ਇੱਕ ਤਾਂ ਫੰਕਸ਼ਨ ਨੂੰ ਕਾਲ ਜਿੱਥੇ ਕਰ ਰਹੇ ਹਾਂ ਤੇ ਇੱਕ ਹੈ ਫੰਕਸ਼ਨ ਦੀ ਡੈਫੀਨੇਸ਼ਨ। ਸੋ ਪਹਿਲਾਂ ਆਪਾਂ ਫੰਕਸ਼ਨ ਦੀ ਡੈਫੀਨੇਸ਼ਨ ਦੇਖਦੇ ਹਾਂ। ਇਹਦੇ ਵਿੱਚ ਕੀ ਲਿਖਿਆ ਆਪਾਂ ਨੇ, void swap int star x int star y, ਯਾਨੀ ਕਿ x ਤੇ y ਇੱਥੇ ਹੁਣ ਨਾਰਮਲ ਵੇਰੀਏਬਲ ਨਹੀਂ ਹੈ, ਇੱਥੇ x ਤੇ y ਕੀ ਨੇ, ਦੋ ਪੁਆਇੰਟਰ ਵੇਰੀਏਬਲ ਨੇ। ਪੁਆਇੰਟਰ ਵੇਰੀਏਬਲ ਦਾ ਮਤਲਬ ਕੀ ਹੈ ਕਿ ਆਪਾਂ ਇਹਨਾਂ ਦੇ ਵਿੱਚ ਕੋਈ ਨਾ ਕੋਈ ਐਡਰੈਸ ਸਟੋਰ ਕਰਵਾਵਾਂਗੇ। ਸੋ ਅਗਰ ਇਹਨਾਂ ਦੇ ਵਿੱਚ ਐਡਰੈਸ ਸਟੋਰ ਕਰਵਾਉਣਾ ਹੈ ਤਾਂ ਆਪਾਂ ਨੂੰ ਪਾਸ ਵੀ ਇੱਥੋਂ ਕੀ ਕਰਨਾ ਪਏਗਾ, ਐਡਰੈਸ। ਸੋ ਦੇਖੋ ਇੱਥੇ ਸਵੈਪ ਫੰਕਸ਼ਨ ਨੂੰ ਜਦੋਂ ਆਪਾਂ ਕਾਲ ਕਰ ਰਹੇ ਹਾਂ ਤਾਂ ਇੱਥੇ ਕੀ ਪਾਸ ਕਰ ਰਹੇ ਹਾਂ ਆਪਾਂ, ਐਡਰੈਸ ਆਫ a ਐਂਡ ਐਡਰੈਸ ਆਫ b। ਇਸੇ ਕਰਕੇ ਇਹਨੂੰ ਆਪਾਂ, ਇਸ ਮੈਥਡ ਨੂੰ ਆਪਾਂ ਬੋਲਦੇ ਹਾਂ ਕਾਲ ਬਾਈ ਐਡਰੈਸ। ਸੋ ਦੇਖੋ ਕਾਲ ਬਾਈ ਐਡਰੈਸ ਦੇ ਵਿੱਚ ਇਹਨੂੰ ਫੰਕਸ਼ਨ ਨੂੰ ਸਟਾਰਟਿੰਗ ਤੋਂ ਐਗਜ਼ੀਕਿਊਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਇੰਟ a ਐਂਡ b, ਦੋ ਵੈਲਿਊਜ਼, ਦੋ ਵੇਰੀਏਬਲਸ ਕ੍ਰੀਏਟ ਹੋਏ a ਐਂਡ b। ਦੈਨ ਕਲੀਅਰ ਸਕਰੀਨ, ਇੱਥੇ ਫੰਕਸ਼ਨ ਡਿਕਲੇਅਰ ਕੀਤਾ ਆਪਾਂ ਨੇ, ਕਲੀਅਰ ਸਕਰੀਨ ਨਾਲ ਸਕਰੀਨ ਕਲੀਅਰ ਹੋ ਜਾਏਗੀ। a is equal to 10 and b is equal to 20, ਦੋ ਵੈਲਿਊਜ਼ ਅਸਾਈਨ ਹੋ ਗਈਆਂ, a ਦੀ ਵੈਲਿਊ 10 ਹੋ ਗਈ ਐਂਡ b ਦੀ ਵੈਲਿਊ 20 ਹੋ ਗਈ। ਦੈਨ ਹੈ ਸੀ ਆਊਟ ਬਿਫੋਰ ਕਾਲਿੰਗ ਸਵੈਪ ਫੰਕਸ਼ਨ। ਸਵੈਪ ਫੰਕਸ਼ਨ ਨੂੰ ਕਾਲ ਕਰਨ ਤੋਂ ਪਹਿਲਾਂ ਆਪਾਂ ਦੋਨੋਂ ਵੈਲਿਊਜ਼ ਪ੍ਰਿੰਟ ਕਰਵਾ ਲਈਆਂ। ਬਿਫੋਰ ਕਾਲਿੰਗ ਸਵੈਪ ਫੰਕਸ਼ਨ a is equal to 10 and b is equal to 20। ਸੋ a ਤੇ b ਦੀਆਂ ਵੈਲਿਊਜ਼ ਪ੍ਰਿੰਟ ਹੋ ਗਈਆਂ। ਹੁਣ ਦੇਖੋ a ਤੇ b ਤਾਂ ਇਹਨਾਂ ਵੇਰੀਏਬਲਸ ਦੇ ਨਾਮ ਨੇ, ਤਾਂ ਬੈਕ ਐਂਡ ਤੇ ਕੋਈ ਨਾ ਕੋਈ ਇਹਨਾਂ ਦਾ ਐਡਰੈਸ ਵੀ ਹੋਏਗਾ। ਆਪਾਂ ਸਪੋਜ਼ ਕਰ ਲੈਂਦੇ ਆ ਕਿ a ਦਾ ਐਡਰੈਸ ਹੈ 1500 ਐਂਡ b ਦਾ ਐਡਰੈਸ ਹੈ ਸਪੋਜ਼ 2500। ਸੋ ਇਹ ਦੋਨੋਂ ਕੀ ਨੇ, ਇਹਨਾਂ ਦੇ ਐਡਰੈਸ ਨੇ। a ਦਾ ਐਡਰੈਸ 1500 ਸਪੋਜ਼ ਕਰ ਰਹੇ ਆਪਾਂ ਤੇ b ਦਾ ਐਡਰੈਸ ਸਪੋਜ਼ ਕਰੋ 2500 ਹੈ। ਨੈਕਸਟ ਹੈ ਸਵੈਪ ਐਡਰੈਸ ਆਫ a ਐਂਡ ਐਡਰੈਸ ਆਫ b। ਸੋ ਸਵੈਪ ਫੰਕਸ਼ਨ ਨੂੰ ਆਪਾਂ ਨੇ ਕਾਲ ਕੀਤਾ ਤੇ ਇੱਥੇ ਪਾਸ ਕੀ ਕੀਤਾ, ਐਡਰੈਸ ਆਫ a ਯਾਨੀ ਕਿ 1500 ਐਂਡ ਐਡਰੈਸ ਆਫ b 2500। ਸੋ x ਤੇ y ਜਿਹੜੇ ਪੁਆਇੰਟਰ ਵੇਰੀਏਬਲ ਨੇ ਉਹਨਾਂ ਦੇ ਵਿੱਚ ਕੀ ਵੈਲਿਊ ਸਟੋਰ ਹੋ ਰਹੀ ਹੈ, ਕੋਈ ਵੈਲਿਊ ਨਹੀਂ ਸਟੋਰ ਹੋ ਰਹੀ, ਉਹਨਾਂ ਦੇ ਵਿੱਚ ਐਡਰੈਸ ਸਟੋਰ ਹੋ ਰਿਹਾ ਨੇ। x ਦੇ ਵਿੱਚ ਐਡਰੈਸ ਆ ਰਿਹਾ a ਦਾ, that is 1500 ਐਂਡ y ਦੇ ਵਿੱਚ ਐਡਰੈਸ ਆ ਰਿਹਾ b ਦਾ, that is 2500। ਉਸ ਤੋਂ ਬਾਅਦ ਕੀ ਹੈ, ਆਪਾਂ ਨੇ ਇੱਕ ਹੋਰ ਵੇਰੀਏਬਲ ਲਿਆ ਇੰਟ ਟੈਂਪ, ਟੈਂਪਰੇਰੀ ਇੱਕ ਹੋਰ ਵੇਰੀਏਬਲ ਲਿਆ, ਸਵੈਪਿੰਗ ਲਈ ਆਪਾਂ ਨੂੰ ਇਹਦੀ ਲੋੜ ਪੈਂਦੀ ਹੈ। ਸੋ ਉਸ ਤੋਂ ਬਾਅਦ ਦੇਖੋ ਹੁਣ ਆਪਾਂ ਤਿੰਨ ਸਟੇਟਮੈਂਟਸ ਲਿਖਨੇ ਆ। ਟੈਂਪ ਇਜ਼ ਇਕੁਅਲ ਟੂ ਸਟਾਰ x। ਸਟਾਰ x ਦਾ ਮਤਲਬ ਕੀ ਹੈ, ਵੈਲਿਊ ਐਟ ਦਿਸ ਐਡਰੈਸ। ਸੋ x ਦਾ ਕੀ ਮੀਨਿੰਗ ਹੈ 1500 ਐਂਡ ਸਟਾਰ ਦਾ ਮਤਲਬ ਕੀ ਹੋ ਗਿਆ, ਵੈਲਿਊ ਐਟ 1500 ਐਡਰੈਸ। ਸੋ ਸਟਾਰ ਦਾ ਮਤਲਬ ਇਹੀ ਹੁੰਦਾ ਹੈ ਕਿ ਵੈਲਿਊ ਐਟ 1500 ਐਡਰੈਸ। ਸੋ ਆਪਾਂ 1500 ਐਡਰੈਸ ਤੇ ਜਾਵਾਂਗੇ, ਇੱਥੇ ਕਿੰਨੀ ਵੈਲਿਊ ਵੀ ਹੈ 10, ਉਹ 10 ਵੈਲਿਊ ਕਿੱਥੇ ਆ ਗਈ, ਟੈਂਪਰੇਰੀ ਦੇ ਵਿੱਚ। ਸੋ ਟੈਂਪਰੇਰੀ ਦੇ ਵਿੱਚ ਵੈਲਿਊ ਕਿੰਨੀ ਸਟੋਰ ਹੋਗੀ, 10। ਨੈਕਸਟ ਹੈ ਸਟਾਰ x ਇਜ਼ ਇਕੁਅਲ ਟੂ ਸਟਾਰ y, ਯਾਨੀ ਕਿ ਵੈਲਿਊ ਐਟ y। ਸੋ ਵੈਲਿਊ ਐਟ y ਦਾ ਮਤਲਬ ਕਿੰਨਾ ਹੈ 2500। ਸੋ ਸਟਾਰ
2500 एंड स्टार का मतलब हो गया वैल्यू एट 2500 एड्रैस। सो वैल्यू एट 2500 एड्रैस ते कितनी पई है 20, वो कितने आ जाए वैल्यू एट एक्स यानी कि वैल्यू एट 1500 ते। सो वैल्यू एट 1500 ते कितना आ गया 20। सो इत्थे चेंज होगी वैल्यू 10 तो 20। नैक्सट है टैंप, टैंप की वैल्यू कितनी है 10, वो किदे विच आ जाए वैल्यू एट वाई, वाई कितना सी अपना 2500। सो वैल्यू एट 2500 ते कितना आ गया हुण 10। सो इत्थे वैल्यू कितनी आ गई 10। उस तो बाद आप प्रिंट करवा रहे हैं सी आउट इनसाइड स्वैप फंक्शन, इनसाइड स्वैप फंक्शन एक्स इज इक्वल टू स्टार एक्स, स्टार एक्स सेम वही है कि वैल्यू एट 1500। सो वैल्यू एट 1500 कितनी भी है 20 एंड y इज इक्वल टू वैल्यू एट 2500। सो वैल्यू एट 2500 कितना पे है 10। सो x की वैल्यू कितनी आ गई 20 एंड y की वैल्यू कितनी प्रिंट हो रही है 10। नैक्सट हुण फंक्शन इत्थे क्लोज हो गया है ते वापिस आ गए आपां, वापिस आके हुण इत्थे की हो रहा है सी आउट आफ्टर कॉलिंग स्वैप फंक्शन। आफ्टर कॉलिंग स्वैप फंक्शन a इज इक्वल टू ए दी वैल्यू हुण देखो कितनी है, a दी वैल्यू कितनी है इत्थे 20, क्योंकि पहला जिहड़ी 10 वैल्यू सी ओवरराइट करके हुण इत्थे वैल्यू कितनी स्टोर हो चुकी है 20 एंड b इज इक्वल टू 10। सो इत्थे जिहड़ियां वैल्यूज ने a ते b दियां वो इंटरचेंज हो चुकी हैं, क्योंकि हुण आपां इहनूं कॉल बाय एड्रैस किया सी। सो इत्थे एड्रैस पास किए सी ए एंड बी दे, उस तो बाद जो भी चेंजिस हो रही सी वो एक्चुअल च ए एंड बी दे विच चेंजिस हो रही ने, इत्थे कोई चेंजिस नहीं हो रही। सो अगर आप इत्थे चेंजिस करानियां ने तो आप कॉल बाय एड्रैस मैथड यूज कर सकते हैं, या फिर इस तो नैक्सट मैथड एक और करांगे कॉल बाय रैफरेंस। सो कॉल बाय एड्रैस दे विच ये दो चीज़ां ध्यान रखनियां ने कि आप एक तो इत्थों दी एड्रैस पास कर रहे हैं ਤੇ ਉਹਨਾਂ ਨੂੰ ਰਿਸੀਵ ਕਰਨ ਲਈ ਵੀ ਇੱਥੇ ਆਪਾਂ ਨੂੰ ਪੁਆਇੰਟਰ ਵੇਰੀਏਬਲ ਦੀ ਲੋੜ ਪਏਗੀ, ਇਸੇ ਕਰਕੇ ਆਪਾਂ ਇੱਥੇ ਲਿਖਦੇ ਹਾਂ ਸਟਾਰ x ਐਂਡ ਸਟਾਰ y। ਨੈਕਸਟ ਮੈਥਡ ਹੈ ਕਾਲ ਬਾय ਰੈਫਰੈਂਸ। ਕਾਲ ਬਾय ਰੈਫਰੈਂਸ ਲਈ ਪਹਿਲਾਂ ਆਪਾਂ ਇੱਕ ਥੋੜਾ ਜਿਹਾ ਰੈਫਰੈਂਸ ਵੇਰੀਏਬਲ ਦੇਖਦੇ ਹਾਂ। ਸਪੋਜ਼ ਕਰੋ ਆਪਾਂ ਲਿਖਦੇ ਸੀ int %x is equal to a। ਇਹਦਾ ਮਤਲਬ ਕੀ ਹੈ ਕਿ a ਇੱਕ ਆਲਰੇਡੀ ਮੈਮਰੀ ਵੇਰੀਏਬਲ ਹੈ, ਆਲਰੇਡੀ ਡਿਕਲੇਅਰ ਕੀਤਾ ਗਿਆ ਹੈ। ਤੇ ਹੁਣ ਜਦੋਂ ਆਪਾਂ int %x ਲਿਖਿਆ, ਇਹ ਆਪਾਂ ਆਲਰੇਡੀ ਬਣਾਇਆ ਹੋਇਆ ਇੱਕ int a ਇਸ ਤਰੀਕੇ ਨਾਲ। ਸੋ ਇਹ ਬਣਿਆ ਹੋਇਆ ਆਲਰੇਡੀ। ਜਦੋਂ ਆਪਾਂ ਲਿਖਿਆ int %x ਤਾਂ x ਕੋਈ ਨਵਾਂ ਵੇਰੀਏਬਲ ਨਹੀਂ ਬਣੇਗਾ, ਇਨਫੈਕਟ x ਕਿਹਨੂੰ ਰੈਫਰ ਕਰੂਗਾ a ਨੂੰ ਹੀ। ਸੋ a ਤੇ x ਦੋਨੋਂ ਹੀ ਸੇਮ ਵੇਰੀਏਬਲ ਨੂੰ ਰੈਫਰ ਕਰਨਗੇ। ਸੋ ਦੇਖੋ ਇੱਥੇ ਕੀ ਹੋ ਰਿਹਾ ਹੈ int a ਐਂਡ b, ਪਹਿਲਾਂ ਦੋ ਵੇਰੀਏਬਲ ਕ੍ਰੀਏਟ ਹੋਏ a ਐਂਡ b। then फंक्शन ਨੂੰ ਡਿਕਲੇਅਰ ਕੀਤਾ। फंक्शन ਨੂੰ ਦੇਖੋ ਡਿਕਲੇਅਰ ਕਿਵੇਂ ਕਰ ਰਹੇ ਆਪਾਂ ਹੁਣ ਇੱਥੇ void swap int %x and int %y। ਐਮਪਰਸੈਂਟ ਦਾ ਮਤਲਬ ਕੀ ਹੈ ਕਿ ਇਹ ਦੋ ਕਿਹੜੇ ਹੋਣਗੇ ਰੈਫਰੈਂਸ ਵੇਰੀਏਬਲ ਹੋਣਗੇ। then clear screen ਫੰਕਸ਼ਨ ਯੂਜ਼ ਕੀਤਾ ਹੈ a is equal to 10 and b is equal to 20। ਸੋ a ਦੀ ਵੈਲਿਊ 10 ਅਸਾਈਨ ਕਰਤੀ, b ਦੀ ਵੈਲਿਊ 20 ਅਸਾਈਨ ਕਰਤੀ। ਉਸ ਤੋਂ ਬਾਅਦ ਹੈ ਸੀ ਆਊਟ बिफोर कॉलिंग स्वैप फंक्शन आप ए ते बी दी वैल्यूज प्रिंट करवा लिया, ए दी वैल्यू 10 एंड बी दी वैल्यू कितनी है 20। नैक्सट हुण आपां कर रहे हैं स्वैप ए एंड बी। देखो इत्थों दी आपां नूं पता नहीं लग रहा कि इत्थे वैल्यू पास करनी है या रैफरेंस पास करना है। वो कित्थों पता लगेगा कि जिथे फंक्शन नूं रिसीव कर रहे हैं। सो फंक्शन की डेफिनेशन तो आपां नूं पता लगेगा %x लिखे है तो इसका मतलब उपरों दी आपां की पास करांगे रैफरेंस। सो x ਦੇ ਵਿੱਚ ਕਿਹਦਾ ਰੈਫਰੈਂਸ ਆ ਗਿਆ a। ਸੋ ਰੈਫਰੈਂਸ ਵੇਰੀਏਬਲ ਚ ਆਪਾਂ ਨੂੰ ਪਤਾ ਹੈ ਕਿ x ਕੋਈ ਵੀ ਨਵਾਂ ਵੇਰੀਏਬਲ ਨਹੀਂ ਕ੍ਰੀਏਟ ਹੁੰਦਾ, ਇਨਫੈਕਟ x ਇਹਨੂੰ ਹੀ ਰੈਫਰ ਕਰੂਗਾ। ਇਸੇ ਤਰੀਕੇ ਨਾਲ y ਕਿਹਨੂੰ ਰੈਫਰ ਕਰ ਰਹੇ ਹੈ b ਨੂੰ। ਨੈਕਸਟ ਇੱਥੇ ਆਪਾਂ ਇੱਕ ਟੈਂਪਰੇਰੀ ਵੇਰੀਏਬਲ ਕ੍ਰੀਏਟ ਕਰ ਰਹੇ ਹਾਂ। ਸੋ ਟੈਂਪਰੇਰੀ ਇਜ਼ ਇਕੁਅਲ ਟੂ x। x ਦੀ ਵੈਲਿਊ ਕਿੰਨੀ ਹੈ ਦੇਖੋ x ਇਹਨੂੰ ਰੈਫਰ ਕਰ ਰਿਹਾ, ਸੋ ਇਸ ਕਰਕੇ x ਦੀ ਵੈਲਿਊ 10 ਹੈ ਤੇ ਉਹ ਕਿਹਦੇ ਵਿੱਚ ਚਲਾ ਗਿਆ ਟੈਂਪ ਦੇ ਵਿੱਚ। ਟੈਂਪ ਦੇ ਵਿੱਚ ਵੈਲਿਊ ਆ ਗਈ 10। ਦੈਨ x ਇਜ਼ ਇਕੁਅਲ ਟੂ y, y ਦੀ ਵੈਲਿਊ ਕਿੰਨੀ ਹੈ 20 ਤੇ ਉਹ ਕਿਹਦੇ ਵਿੱਚ ਆ ਜਾਏ x ਦੇ ਵਿੱਚ। ਸੋ ਇੱਥੇ ਵੈਲਿਊ ਕਿੰਨੀ ਹੋ ਗਈ 20। ਦੈਨ y ਇਜ਼ ਇਕੁਅਲ ਟੂ ਟੈਂਪ, ਟੈਂਪ ਦੀ ਵੈਲਿਊ 10 ਹੈ ਉਹ ਕਿਹਦੇ ਵਿੱਚ ਆ ਗਈ y ਦੇ ਵਿੱਚ। ਸੋ ਇੱਥੇ ਵੈਲਿਊ ਕਿੰਨੀ ਆ ਗਈ ਹੁਣ 10। ਇਸ ਤੋਂ ਬਾਅਦ ਆਪਾਂ ਪ੍ਰਿੰਟ ਕਰਵਾ ਰਹੇ ਹਾਂ ਸੀ ਆਊਟ ਇਨਸਾਈਡ ਸਵੈਪ ਫੰਕਸ਼ਨ x is equal to x, x ਇਹਨੂੰ ਰੈਫਰ ਕਰ ਰਿਹਾ, ਸੋ ਇਸ ਕਰਕੇ ਕਿੰਨਾ ਪ੍ਰਿੰਟ ਹੋਏਗਾ 20 ਤੇ y is equal to y ਦੀ ਵੈਲਿਊ y ਇਹ ਵਾਲੀ ਮੈਮਰੀ ਨੂੰ ਰੈਫਰ ਕਰ ਰਿਹਾ, ਸੋ ਇਸ ਕਰਕੇ ਪ੍ਰਿੰਟ ਹੋਇਆ 10। ਨੈਕਸਟ ਫੰਕਸ਼ਨ ਕਲੋਜ਼
ਤੇ ਵਾਪਸ ਆ ਕੇ ਜਦੋਂ ਹੁਣ ਆਪਾਂ ਨੈਕਸਟ ਸਟੇਟਮੈਂਟ ਐਗਜ਼ੀਕਿਊਟ ਕਰਾਂਗੇ, ਆਫਟਰ ਕਾਲਿੰਗ ਸਵੈਪ ਫੰਕਸ਼ਨ a ਇਜ਼ ਇਕੁਅਲ ਟੂ, ਸੋ a ਇਜ਼ ਇਕੁਅਲ ਟੂ, ਹੁਣ a ਵੀ ਇਹਨੂੰ ਰੈਫਰ ਕਰ ਰਿਹਾ ਹੈ, ਇਸ ਕਰਕੇ ਕਿੰਨਾ ਪ੍ਰਿੰਟ ਹੋਏਗਾ 20 ਐਂਡ b ਇਜ਼ ਇਕੁਅਲ ਟੂ 10। ਸੋ ਹੁਣ ਇੱਥੇ ਵੀ ਦੇਖੋ ਜਿਹੜੀਆਂ ਵੈਲਿਊਜ਼ a ਤੇ b ਦੀਆਂ ਪਹਿਲਾਂ 10 ਐਂਡ 20 ਸੀ, ਹੁਣ ਕਿੰਨੀਆਂ ਹੋ ਗਈਆਂ 20 ਐਂਡ 10। ਸੋ ਇਹਦੇ ਨਾਲ ਕੀ ਹੈ, ਵੈਲਿਊਜ਼ ਆਪਣੀਆਂ ਇੱਥੇ ਵੀ ਇੰਟਰਚੇਂਜ ਹੋ ਰਹੀਆਂ ਨੇ। ਸੋ ਇਹ ਸੀ ਮੈਥਡ ਕਾਲ ਬਾਏ ਰੈਫਰੈਂਸ। ਸੋ ਇਹਨਾਂ ਸਾਰਿਆਂ ਦੇ ਵਿੱਚ ਸਿੰਪਲ ਆਪਾਂ ਕਾਲਿੰਗ ਐਂਡ ਜੋ ਤਿੰਨ ਮੈਥਡ ਕੀਤੇ ਨੇ, ਕਾਲ ਬਾਈ ਵੈਲਿਊ, ਕਾਲ ਬਾਈ ਰੈਫਰੈਂਸ ਐਂਡ ਕਾਲ ਬਾਈ ਐਡਰੈਸ, ਇਹਨਾਂ ਦੇ ਵਿੱਚ ਮੇਨਲੀ ਚੇਂਜ ਕਿੱਥੇ ਹੈ ਕਿ ਫੰਕਸ਼ਨ ਨੂੰ ਆਪਾਂ ਕਾਲ ਕਿੱਦਾਂ ਕਰ ਰਹੇ ਹਾਂ ਤੇ ਜਿਹੜੀਆਂ ਵੈਲਿਊਜ਼ ਆ ਰਹੀਆਂ ਨੇ ਉਹਨੂੰ ਰਿਸੀਵ ਕਿਵੇਂ ਕਰ ਰਹੇ ਹਾਂ। ਉਹਨਾਂ ਨੂੰ ਰਿਸੀਵ ਆਪਾਂ ਨਾਰਮਲ ਵੇਰੀਏਬਲ 'ਚ ਕਰ ਰਹੇ ਹਾਂ ਤਾਂ ਕਾਲ ਬਾਈ ਵੈਲਿਊ ਹੋਏਗਾ, ਉਹਨਾਂ ਨੂੰ ਅਗਰ ਆਪਾਂ ਰੈਫਰੈਂਸ ਵੇਰੀਏਬਲ 'ਚ ਰਿਸੀਵ ਕਰ ਰਹੇ ਹਾਂ ਤਾਂ ਕਾਲ ਬਾਈ ਰੈਫਰੈਂਸ ਹੋਏਗਾ, ਅਗਰ ਉਹਨਾਂ ਨੂੰ ਪੁਆਇੰਟਰ ਵੇਰੀਏਬਲ 'ਚ ਰਿਸੀਵ ਕਰ ਰਹੇ ਹਾਂ ਤਾਂ ਕਾਲ ਬਾਈ ਐਡਰੈਸ ਹੋਏਗਾ। So that is all about call by reference, call by address and call by value. Thank you.